ਹਾਂਜੀ, मैं कुलदीप कौर ਚੱਠਾ कहानी ਤੁਹਾਡੇ ਸਾਹਮਣੇ ਰੱਖ ਰਹੀ ਹਾਂ ਜੀ। ਢਹਿੰਦੀਆਂ ਕੰਧਾਂ, ਜੋ ਕਿ ਜਤਿੰਦਰ ਹਾਂਸ ਦੁਆਰਾ ਲਿਖੀ ਗਈ ਹੈ। ਕਾਸ਼ ਬੰਦੇ ਦਾ ਢਿੱਡ ਫੋਲ ਕੇ ਦੇਖਿਆ ਜਾ ਸਕਦਾ ਹੋਵੇ ਕਿ ਉਹਦੇ ਚਿੱਤ 'ਚ ਕੀ ਏ। ਬਾਹਰ ਮੇਰੀ ਜ਼ਿੰਦਗੀ ਵਰਗੀ ਕਾਲੀ ਬੋਲੀ ਰਾਤ ਹੈ। ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਕਮਰੇ ਅੰਦਰ ਜੀਰੋ ਦੇ ਬਲਬ ਦੀ ਮੱਧਮ ਜਿਹੀ ਰੌਸ਼ਨੀ ਹੈ। ਸਿਰਹਾਣਾ ਮੇਰੇ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਹੈ। ਬੇਜੀ ਨੂੰ ਫਿਰ ਖੰਘ ਦਾ ਦੌਰਾ ਪਿਆ ਹੈ। ਮੈਂ ਨਾ ਹੀ ਉਹਦੀ ਛਾਤੀ 'ਤੇ ਮਾਲਿਸ਼ ਕਰਦੀ ਹਾਂ ਅਤੇ ਨਾ ਹੀ ਚੂਰਨ ਵਰਗੀ ਦਵਾਈ ਖਾਣ ਵਾਸਤੇ ਦਿੰਦੀ ਹਾਂ, ਸਗੋਂ ਘੁੱਟ ਕੇ ਅੱਖਾਂ ਮੀਚ ਲੈਂਦੀ ਹਾਂ। ਕਦੇ ਮੈਂ ਇਹਦੀ ਲੰਬੀ ਉਮਰ ਦੀਆਂ ਤੰਦਰੁਸਤੀ ਦੀਆਂ ਰੱਬ ਅੱਗੇ ਅਰਦਾਸਾਂ ਕਰਿਆ ਕਰਦੀ ਸੀ। ਅੱਜ ਚਾਹੁੰਦੀ ਹਾਂ ਇਹਨੂੰ ਖੰਘ ਦਾ ਅਜਿਹਾ ਦੌਰਾ ਪਵੇ, ਮੁੜ ਇਹਦਾ ਸਾਹ ਹੀ ਨਾ ਮੁੜੇ। ਮੈਂ ਵੀ ਕਿੰਨੀ ਬੁੱਧੂ ਹਾਂ। 7 ਸਾਲ ਬਾਅਦ ਅੱਜ ਪਤਾ ਲੱਗਾ ਏ ਇਹ ਬੁੜੀ ਕਿੰਨੀ ਮੋਮੋ ਠਗਣੀ ਏ। ਮੂੰਹ ਦੀ ਮਿੱਠੀ, ਦਿਲ ਦੀ ਕਾਲੀ। ਮੈਂ ਬਥੇਰਾ ਕੀਤਾ ਇਹਦਾ। ਮੇਰੇ ਮਨ ਵਿੱਚ ਇਹਦੇ ਲਈ ਸ਼ਰਧਾ ਸੀ, ਸਤਿਕਾਰ ਸੀ, ਪਿਆਰ ਸੀ। ਅੱਜ ਇਹਦੀਆਂ ਤੇ ਜਸਵੀਰ ਭਾਜੀ ਦੀਆਂ ਗੱਲਾਂ ਸੁਣ ਕੇ ਇਹ ਦੇਵੀ ਦਾ ਨਕਾਬ ਪਹਿਨੀ ਡੈਣ ਜਾਪਦੀ ਹੈ, ਜਿਹੜੀ ਮੇਰੀ ਜਵਾਨੀ ਕੁਝ ਖਾ ਗਈ ਤੇ ਬਾਕੀ ਖਾ ਜਾਵੇਗੀ। ਉਹਨੇ ਖੰਘ ਕੇ ਤਸਲੇ ਦੀ ਸਵਾਹ ਉੱਤੇ ਥੁੱਕਿਆ, ਫਿਰ ਔਖੇ ਜਿਹੇ ਸਾਹ ਭਰਦੀ ਕਹਿਣ ਲੱਗੀ, ਧੀਏ ਤੇਰਾ ਸਰੀਰ ਤਾਂ ਨਹੀਂ ਢਿੱਲਾ। ਉਹਦੇ ਧੀਏ ਆਖਣ 'ਤੇ ਮੈਨੂੰ ਹੋਰ ਗੁੱਸਾ ਚੜ੍ਹਦਾ ਏ। ਜੇ ਮੈਂ ਤੇਰੀ ਧੀ ਹੁੰਦੀ ਤਾਂ ਤੂੰ ਮੇਰੇ ਨਾਲ ਇੰਜ ਨਾ ਕਰਦੀ। ਮੈਂ ਕੁਝ ਨਹੀਂ ਬੋਲਦੀ, ਬੋਲਣ ਨੂੰ ਜੀਅ ਹੀ ਨਹੀਂ ਕਰਦਾ। ਰੁਕੇ ਹੰਝੂ ਫਿਰ ਵਗ ਤੁਰੇ ਨੇ। ਦਿਲ ਕਰਦਾ ਕਿਸੇ ਦੇ ਗਲ ਲੱਗ ਕੇ ਉੱਚੀ ਉੱਚੀ ਰੋਵਾਂ। ਉਹਨੇ ਆਪ ਹੀ ਕੰਸ ਤੋਂ ਚੁੱਕ ਕੇ ਦੇਸੀ ਹਕੀਮ ਤੋਂ ਲਿਆਂਦੀ ਚੂਰਨ ਵਰਗੀ ਦਵਾਈ ਖਾ ਲਈ ਏ। ਸ਼ਾਇਦ ਉਹਦਾ ਉਖੜਿਆ ਸਾਹ ਕੁਝ ਟਿਕ ਹੀ ਜਾਵੇ। ਮਹਿੰਗੀਆਂ ਦਵਾਈਆਂ ਖਾ ਖਾ ਕੇ ਅੱਕੀ ਹੋਈ ਉਹ ਇਸੇ ਚੂਰਨ ਨੂੰ ਦਮੇ ਵਰਗੀ ਖੰਘ ਦਾ ਕਾਰਗਰ ਇਲਾਜ ਦੱਸਦੀ ਏ। ਪਰ ਇਹ ਦਵਾਈ ਇਹ ਉਦੋਂ ਹੀ ਵਰਤਦੀ ਏ ਜਦੋਂ ਘਰੇ ਪੈਸੇ ਮੁੱਕੇ ਹੋਣ, ਜਿਹੜੇ ਹੁਣ ਮੁੱਕੇ ਹੀ ਰਹਿੰਦੇ ਨੇ। ਜਦੋਂ ਮੈਂ ਵਿਆਹੀ ਆਈ ਸਾਂ ਤਾਂ ਇਸ ਘਰ ਪੈਸਿਆਂ ਦਾ ਕੋਈ ਘਾਟਾ ਨਹੀਂ ਸੀ। ਇਹਦਾ ਪੁੱਤ ਬਥੇਰਾ ਕਮਾ ਲਿਆਇਆ ਸੀ, ਥੱਬਿਆਂ ਦੇ ਥੱਬੇ। ਉਹਨਾਂ ਪੈਸਿਆਂ ਨਾਲ ਉਹ 2 ਕੰਮ ਕਰ ਗਿਆ ਸੀ। ਪੁਰਾਣਾ ਕੱਚਾ ਮਕਾਨ ਢਾਹ ਕੇ ਕੋਠੀ ਪਾ ਗਿਆ ਸੀ ਤੇ ਵਿਆਹ ਕਰਵਾ ਗਿਆ ਸੀ। ਸੋਹਣੀ ਕੋਠੀ ਤੇ ਸੁਨੱਖੀ ਬਹੂ ਦਾ ਚਰਚਾ ਕਾਫੀ ਸਮਾਂ ਪਿੰਡ ਵਿੱਚ ਹੁੰਦਾ ਰਿਹਾ। ਕਈਆਂ ਨੇ ਉਸ ਨੂੰ ਸਲਾਹ ਦਿੱਤੀ, ਜੇ ਹੁਣ ਪੁਰਾਣੀਆਂ ਕੰਧਾਂ ਦੀ ਚਾਰਦੀਵਾਰੀ ਢਾਹ ਕੇ ਨਵੀਂ ਬਣ ਜਾਵੇ ਤਾਂ ਕੋਠੀ ਦੀ ਟੌਹਰ ਹੀ ਹੋ ਜੂ। ਪਰ ਉਸ ਕੋਲ ਨਵੀਆਂ ਕੰਧਾਂ ਬਣਾਉਣ ਲਈ ਪੈਸੇ ਮੁੱਕ ਗਏ ਸਨ ਤੇ ਮੇਰੇ ਵਾਸਤੇ ਸਮਾਂ ਵੀ। ਵਿਆਹ ਤੋਂ ਬਾਅਦ ਉਹ ਮਹੀਨਾ ਕੁ ਰਹਿ ਕੇ ਵਾਪਸ ਲਿਬਲਾਨ ਮੁੜ ਗਿਆ। ਉਹ ਮਹੀਨਾ ਤੀਆਂ ਵਾਂਗ ਬੀਤਿਆ ਸੀ। ਕਦੇ ਕਿਸੇ ਗੁਰਦੁਆਰੇ ਮੱਥਾ ਟੇਕ ਆਏ ਤੇ ਕਦੇ ਮਾਮੇ ਮਾਸੀਆਂ ਭੂਆ ਫੁੱਫੀਆਂ ਦੇ ਮਿਲ ਆਏ। ਫਿਰ ਉਹ ਮੈਨੂੰ ਬੇਜੀ ਦੇ ਪੱਲੇ ਪਾ ਕੇ ਚਲਾ ਗਿਆ। ਇਹਨੇ ਮੈਨੂੰ ਧੀ ਵਾਂਗ ਰੱਖਿਆ, ਲਾਡਲੀ ਧੀ ਵਾਂਗ। ਮਾਂ ਦੇ ਪੂਰੀ ਹੋ ਜਾਣ ਬਾਅਦ ਮੈਂ ਵੀ ਇਸੇ ਨੂੰ ਮਾਂ ਸਮਝ ਬੈਠੀ ਸਾਂ। ਮੈਂ ਸਮਝਦੀ ਸੀ ਕਿ ਮੇਰਾ ਦੁੱਖ ਸਮਝਦੀ ਏ। ਇਹਨੇ ਜਵਾਨੀ ਤੋਂ ਹੀ ਰੰਡੇਪਾ ਕੱਟਿਆ ਏ। ਮੈਂ ਵੀ ਕੋਈ ਸੁਹਾਗਣਾ ਵਾਲਾ ਜੀਵਨ ਨਹੀਂ ਜੀ ਰਹੀ। ਇਹ ਕਈ ਵਾਰ ਆਪਣਾ ਦੁੱਖ ਫੋਲ ਬੈਠਦੀ। ਰੱਤੀ ਭਰ ਸੀ ਕਰਮਾਂ ਜਦੋਂ ਇਹਦਾ ਬਾਪੂ ਪੂਰਾ ਹੋਇਆ। ਮੈਨੂੰ ਸਾਕ ਸ਼ਰੀਕੇ ਵਾਲੇ ਕਰਮੇ ਦੇ ਤਾਏ ਦੇ ਸਿਰ ਧਰਨ ਲੱਗੇ ਸੀ। ਮੈਂ ਕਿਹਾ ਇਹ ਤੀਹੋ ਕਾਲ ਨਹੀਂ ਹੋਣ ਦੇਣਾ। ਜਦੋਂ ਮੇਰਾ ਸਿਰ ਦਾ ਸਾਈਂ ਹੀ ਨਹੀਂ ਰਿਹਾ, ਮੈਂ ਕੀ ਕਿਸੇ ਨੂੰ ਫੂਕਣਾ। ਮੈਂ ਕਰਮੇ ਵੱਲ ਦੇਖ ਦੇਖ ਕੇ ਦਿਨ ਕੱਟ ਲਿਆ ਕਰੂੰਗੀ। ਕਰਮੇ ਨੂੰ ਸ਼ਰੀਕੇ ਤੋਂ ਮੁਰਗੀ ਵਾਂਗ ਪਰਾਂ ਹੇਠ ਲੁਕਾ ਕੇ ਰੱਖਿਆ। ਹੁਣ ਤਾਂ ਧੀਏ ਰੱਬ ਨੇ ਦਿਨ ਫੇਰਤੇ। ਜਿਹੜੇ ਦਿਨ ਗਰੀਬੀ 'ਚ ਮੈਂ ਕੱਟੇ ਨੇ, ਉਹ ਰੱਬ ਵਕਤ ਕਿਸੇ ਦੁਸ਼ਮਣ 'ਤੇ ਵੀ ਨਾ ਪਾਵੇ। ਭੁੱਖੀ ਤਿਹਾਈ ਰਹਿ ਕੇ ਦਿਨ ਕੱਟੇ ਨੇ ਧੀਏ, ਪਰ ਕਿਸੇ ਤੋਂ ਉਂਗਲੀ ਨਹੀਂ ਕਰਵਾਈ। ਬੰਦੇ ਦੀ ਇੱਜ਼ਤ ਸਭੋ ਕੁਝ ਆ। ਗੱਲਾਂ ਗੱਲ ਵਿੱਚ ਦੀ ਇਹ ਮੈਨੂੰ ਸਮਝਾਉਂਦੀ ਰਹਿੰਦੀ। ਕਦੇ ਕਦੇ ਅਜਿਹੀਆਂ ਗੱਲਾਂ ਕਰਦਿਆਂ ਕਰਮ 'ਤੇ ਗੁੱਸਾ ਕੱਢਦੀ, ਮੈਨੂੰ ਤਾਂ ਮਾੜੀ ਲਾਦ ਨੇ ਮਾਰ ਲਿਆ। ਕੰਜਰ ਵਿਆਹ ਕਰਕੇ ਤੁਰਦਾ ਬਣਿਆ। ਰੱਬ ਕੋਈ ਖਿਡੌਣਾ ਦੇ ਦਿੰਦਾ, ਨਾਲੇ ਤੂੰ ਖੁਸ਼ ਰਹਿੰਦੀ, ਨਾਲੇ ਮੇਰਾ ਜੀਅ ਪਰਚ ਜਾਂਦਾ। ਜਦੋਂ ਤੈਨੂੰ ਕੱਲੀ ਉਦਾਸ ਬੈਠੀ ਨੂੰ ਦੇਖਦੀ ਹਾਂ
ਜਾਣੀ ਕਾਲਜਾ ਮੂੰਹ ਨੂੰ ਆਉਂਦਾ ਹੈ। ਬੰਦੇ ਨੂੰ ਜਿਉਣ ਲਈ ਕੋਈ ਆਸਰਾ ਵੀ ਤਾਂ ਚਾਹੀਦਾ ਹੈ। ਤੀਵੀਂ ਤਾਂ ਅਮਰ ਵੇਲ ਵਾਂਗੂ ਹਰ ਵੇਲੇ ਸਹਾਰਾ ਭਾਲਦੀ ਆ। ਕਈ ਵਾਰੀ ਚਿੱਤ ਚਾਹੁੰਦਾ ਕਹਾਂ, ਤੇਰਾ ਪੁੱਤ ਮੇਰੇ ਜਿਉਣ ਦੇ ਬਥੇਰੇ ਸਹਾਰੇ ਛੱਡ ਗਿਆ ਏ, ਤੈਨੂੰ ਛੱਡ ਗਿਆ ਕੰਧੀ ਉੱਤੇ ਰੁੱਖੜੇ ਨੂੰ। ਇਹ ਜੇਲ੍ਹ ਵਰਗਾ ਘਰ ਏ, ਉਹਦੀ ਵਰੇ ਛਮਾਈ ਆਉਂਦੀ ਚਿੱਠੀ ਦੇ ਸਹਾਰੇ ਵੀ ਜਿਉਇਆ ਜਾ ਸਕਦਾ ਏ। ਸਹਾਰਾ ਤਾਂ ਮੇਰਾ ਇੱਕ ਮੱਲੋ ਜੋਰੀ ਵੀ ਬਣਨ ਲੱਗਾ ਸੀ, ਕਰਮ ਦੇ ਤਾਏ ਦਾ ਪੁੱਤਰ ਚਰਨਾ। ਉਹ ਆਨੀ ਬਹਾਨੀ ਸਾਡੇ ਘਰ ਗੀੜੇ ਮਾਰਦਾ ਰਹਿੰਦਾ। ਬੇਜੀ ਨਾਲ ਗੱਲਾਂ ਕਰਦਿਆਂ ਮੇਰੇ ਵੱਲ ਕੁਨੱਖਾ ਜਿਹਾ ਝਾਕਦਾ ਰਹਿੰਦਾ। ਮੈਂ ਉਹਨੂੰ ਬਹੁਤਾ ਮੂੰਹ ਨਹੀਂ ਸੀ ਲਾਉਂਦੀ। ਇੱਕ ਦਿਨ ਮੈਨੂੰ ਇਕੱਲੀ ਦੇਖ ਕੇ ਕਹਿਣ ਲੱਗਾ, ਭਰਜਾਈ ਊਂ ਤਾਂ ਤੂੰ ਆਪ ਸਿਆਣੀ ਏ, ਜੇ ਕੰਧ ਬਾਹਰ ਨੂੰ ਡਿੱਗ ਪਵੇ ਤਾਂ ਲੋਕੀ ਇੱਟਾਂ ਚੁੱਕ ਕੇ ਲੈ ਜਾਂਦੇ ਨੇ। ਕੰਧ ਅੰਦਰ ਵੱਲ ਡਿੱਗੀ ਚੰਗੀ ਆ। ਘਰ ਦਾ ਮਾਲ ਘਰ 'ਚ ਤਾਂ ਰਹੂ। ਫਿਰ ਖੀ ਕਰਕੇ ਹੱਸਣ ਲੱਗਾ ਸੀ। ਮੈਂ ਵੀ ਗੁੱਸੇ 'ਚ ਆਈ ਕਹਿ ਬੈਠੀ, ਊਂ ਤਾਂ ਤੂੰ ਆਪ ਵੀ ਸਿਆਣਾ, ਜੇ ਘਰ ਦਾ ਮਾਲ ਘਰੇ ਰੱਖਣਾ ਸੀ ਤਾਂ ਆਪਣੀ ਭੈਣ ਨਾ ਵਿਆਹੁੰਦਾ। ਉਹ ਵਿਸ਼ ਘੋਲਦਾ ਚਲਿਆ ਗਿਆ। ਜਦੋਂ ਉਹਦੇ ਕੋਈ ਹੱਥ ਨਾ ਪਿਆ ਤਾਂ ਜੱਸ ਤੇ ਮੇਰੇ ਨਜਾਇਜ਼ ਸੰਬੰਧਾਂ ਬਾਰੇ ਗੱਲ ਫੈਲਾ ਦਿੱਤੀ। ਉਦੋਂ ਅਸੀਂ ਘਰ ਦਾ ਖਰਚ ਪਾਣੀ ਚਲਾਉਣ ਵਾਸਤੇ ਮੱਝ ਰੱਖੀ ਹੋਈ ਸੀ। ਮੈਂ ਤੇ ਬੇਜੀ ਨਿਆਈ ਵਾਲੀ ਖੇਤੀ 'ਚੋਂ ਹਰੇ ਦੀ ਭਰੀ ਲੈ ਆਉਂਦੀਆਂ। ਜੱਸ ਦੁੱਧ ਚੁੱਕਦਾ ਸੀ, ਆਥਣ ਸਵੇਰ ਦੁੱਧ ਲੈ ਜਾਂਦਾ। ਜੱਸ ਦਾ ਹੰਸੂ ਕਰਦਾ ਚਿਹਰਾ ਮੈਨੂੰ ਚੰਗਾ ਲੱਗਣ ਲੱਗਾ ਸੀ। ਮੈਨੂੰ ਉਹਦਾ ਚਿਹਰਾ ਸੰਤ ਮਹਾਤਮਾਵਾਂ ਦੇ ਚਿਹਰਿਆਂ ਜਿਹਾ ਨੂਰਾਨੀ ਜਾਪਦਾ ਸੀ। ਉਹਦੇ ਗੁੰਦਵੇਂ ਸਰੀਰ ਵਿੱਚ ਇੱਕ ਕਸ਼ਿਸ਼ ਸੀ। ਭਾਵੇਂ ਮੈਂ ਕਦੇ ਉਹਦੇ ਨਾਲ ਬੋਲ ਸਾਂਝਾ ਨਹੀਂ ਸੀ ਕੀਤਾ, ਪਰ ਮੇਰਾ ਜੀਅ ਚਾਹੁੰਦਾ ਕਿ ਉਹ ਮੈਨੂੰ ਲੈ ਕੇ ਕਿਧਰੇ ਭੱਜ ਜਾਵੇ। ਸ਼ਾਇਦ ਬੇਜੀ ਦੀਆਂ ਪਾਰਖੂ ਨਜ਼ਰਾਂ ਨੂੰ ਮੇਰੇ ਇਸ ਝੁਕਾਅ ਦਾ ਪਤਾ ਲੱਗ ਗਿਆ ਸੀ। ਜੱਸ ਦੁੱਧ ਲੈਣ ਆਉਣੋਂ ਹਟ ਗਿਆ। ਮੈਂ ਬੇਜੀ ਤੋਂ ਪੁੱਛਿਆ। ਉਹ ਕਹਿਣ ਲੱਗੀ, ਟੁੱਟ ਜਾਣਾ ਦੁੱਧ ਤਾਂ ਕਿਸੇ ਭਾਅ ਚੱਕਦਾ ਨਹੀਂ ਸੀ। ਮੈਂ ਸੋਚਿਆ ਘਿਓ ਜੋੜ ਕੇ ਵੇਚ ਦਊਂਗੀ। ਫਿਰ ਬੇਜੀ ਦੀ ਬਿਮਾਰੀ ਕਰਕੇ ਮੱਝ ਵੇਚ ਦਿੱਤੀ ਗਈ। ਮੈਨੂੰ ਹੁਣ ਵੀ ਕਈ ਵਾਰ ਜੱਸ ਦਾ ਸੁਪਨਾ ਆਇਆ ਏ। ਜੇਲ੍ਹ ਭਾਵੇਂ ਮੈਂ ਕਦੇ ਵੇਖੀ ਤਾਂ ਨਹੀਂ, ਪਰ ਮੇਰਾ ਯਕੀਨ ਹੈ ਕਿ ਇਸ ਘਰ ਵਰਗੀ ਹੀ ਹੁੰਦੀ ਹੋਵੇਗੀ। ਬੇਜੀ ਵਰਗਾ ਹੀ ਜੇਲਰ ਹੁੰਦਾ ਹੋਵੇਗਾ, ਹਰ ਸਮੇਂ ਕੈਦੀ ਤੇ ਨਿਗਾਹ ਰੱਖਣ ਵਾਲਾ। ਹੁਣ ਤਾਂ ਕਈ ਮਹੀਨੇ ਤੋਂ ਬਿਮਾਰੀ ਕਰਕੇ ਘਰੇ ਹੀ ਪਈ ਰਹਿੰਦੀ ਹੈ। ਪਹਿਲਾਂ ਜਦੋਂ ਠੀਕ ਠਾਕ ਸੀ ਉਦੋਂ ਬੈਠੀ ਇਹ ਗੁਆਂਢੀਆਂ ਦੇ ਘਰ ਹੁੰਦੀ, ਪਰ ਅੱਖਾਂ ਤੇ ਕੰਨ ਘਰ ਵੱਲ ਹੀ ਹੁੰਦੇ। ਉਦੋਂ ਇਹ ਗੱਲਾਂ ਮੈਨੂੰ ਮਹਿਸੂਸ ਨਹੀਂ ਸੀ ਹੁੰਦੀਆਂ, ਪਰ ਅੱਜ ਹੋ ਰਹੀਆਂ ਨੇ। ਵਿਆਹ ਤੋਂ ਪਹਿਲੇ 19 ਵਰ੍ਹੇ ਜਿਵੇਂ ਪਲ ਬਣ ਕੇ ਬੀਤ ਗਏ ਸੀ ਤੇ ਬਾਅਦ ਦੇ ਇਹ 7 ਸਾਲ 7 ਸਦੀਆਂ ਵਾਂਗ ਬੀਤੇ ਨੇ। ਉਡੀਕ ਦਾ ਸਮਾਂ ਕਿੰਨਾ ਲੰਬਾ ਹੋ ਜਾਂਦਾ ਏ। ਮੇਰਾ ਇਕਲਾਪਾ ਘਰ ਦੀਆਂ ਕੰਧਾਂ ਜਿੰਨਾ ਉੱਚਾ ਏ। ਹਰ ਰੋਜ਼ ਸਿਰ ਦੁਖਣ ਲੱਗਦਾ ਹੈ। ਅਸਲ ਵਿੱਚ ਇਹ ਬਿਮਾਰੀ ਮੇਰੀ ਆਪਣੀ ਸਹੇੜੀ ਹੈ। ਕੋਈ ਗੱਲ ਸੋਚਣ ਲੱਗਦੀ ਤਾਂ ਸੋਚਦੀ ਹੀ ਰਹਿੰਦੀ ਹਾਂ। ਸਿਰ ਭਾਰਾ ਹੋ ਕੇ ਫਟਣ ਲੱਗਦਾ। ਦਿਲ ਕਰਦਾ ਇਸ ਨਰਕ ਨੂੰ ਛੱਡ ਕੇ ਕਿਧਰੇ ਚਲੀ ਜਾਵਾਂ। ਸਾਲ ਕੁ ਤੋਂ ਮੇਰੇ ਪੇਕਿਆਂ ਵੱਲੋਂ ਵੀ ਮਨ ਮੁੜ ਗਿਆ ਏ। ਆਪਣਿਆਂ ਵਿੱਚ ਜਾ ਕੇ ਬੇਗਾਨਿਆਂ ਵਾਂਗ ਰਹਿਣਾ ਕਿਹੜਾ ਸੌਖਾ ਏ। ਉਸ ਘਰ ਨੂੰ ਗਰੀਬੀ ਨੇ ਚਾਰੇ ਪਾਸਿਓਂ ਘੇਰਿਆ ਹੋਇਆ। ਸ਼ਾਇਦ ਮਾਂ ਨੂੰ ਮੇਰੇ ਦੁੱਖ ਤੇ ਗਰੀਬੀ ਦੇ ਦੈਂਤ ਨੇ ਹੀ ਖਾਧਾ ਏ। ਕਬੀਲਦਾਰੀ 'ਚ ਉਲਝੇ ਵੀਰਾਂ ਲਈ ਮੇਰੇ ਦੁੱਖੜੇ ਸੁਣਨ ਦੀ ਵੇਲ ਕਿੱਥੇ। ਕਦੇ ਬਾਪੂ ਪੁੱਛ ਲੈਂਦਾ, ਬਈ ਕਰਮ ਸਿਉਂ ਆਉਣ ਬਾਰੇ ਲਿਖਦਾ ਕੁਝ। ਮੇਰੀ ਚੁੱਪ ਤੋਂ ਪਤਾ ਨਹੀਂ ਉਹ ਕੀ ਅੰਦਾਜ਼ਾ ਲਗਾ ਲੈਂਦਾ ਹੈ। ਉਹਦੇ ਸੰਘਣੀ ਦਾੜੀ ਵਾਲੇ ਚਿਹਰੇ ਦੇ ਹਾਵ ਭਾਵ ਬਦਲ ਜਾਂਦੇ ਨੇ। ਉਹ ਮੇਰੇ ਸਿਰ ਤੇ ਹੱਥ ਫੇਰਦਾ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਵਿਧਵਾ ਧੀ ਨੂੰ ਦਿਲਾਸਾ ਦੇ ਰਿਹਾ ਹੋਵੇ। ਬੇਜੀ ਮੰਜੇ ਦੀ ਬਾਹੀ ਫੜ ਕੇ ਲਗਾਤਾਰ ਖੰਘੀ ਜਾ ਰਹੀ ਹੈ। ਉਹਦਾ ਉਖੜਿਆ ਸਾਹ ਇੰਝ ਲੱਗਦਾ ਏ ਜਿਵੇਂ ਘੰਡ ਵੱਜ ਰਿਹਾ ਹੋਵੇ। ਤਸਲੇ ਵਿੱਚ ਥੁੱਕ ਕੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, ਪੁੱਤ ਤੇਰਾ ਕੁਝ ਦੁਖਦਾ? ਦੁੱਖ ਲੁਕੋਇਆਂ ਨਹੀਂ ਘਟਦੇ ਹੁੰਦੇ, ਦੱਸਿਆਂ ਘਟਦੇ ਨੇ। ਤੂੰ ਏਕਣ ਚੁੱਪਚਾਪ ਕਾਹਤੋਂ ਆ? ਗੱਲ ਮਨ 'ਚ ਨਹੀਂ ਰੱਖੀ ਦੀ ਹੁੰਦੀ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ, ਫਿਰ ਵੀ ਉਹ ਬੋਲੀ ਜਾਂਦੀ ਹੈ। ਮੇਰਾ ਚਿੱਤ ਕੀਤਾ ਕਿ ਕਹਾਂ, ਮੈਂ ਤਾਂ ਮਨ 'ਚ ਕੋਈ ਗੱਲ ਨਹੀਂ ਰੱਖਦੀ ਸੀ, ਤੈਨੂੰ ਖਾਧਾ ਪੀਤਾ ਵੀ ਦੱਸਦੀ ਸੀ, ਪਰ ਤੂੰ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਿਆ। ਜੇ ਮੈਂ ਅੱਜ ਜਸਵੀਰ ਤੇ ਇਹਦੀਆਂ ਗੱਲਾਂ ਨਾ ਸੁਣਦੀ ਤਾਂ ਮੈਨੂੰ ਮੇਰੇ ਨਾਲ ਵਾਪਰੀ ਇਸ ਹੋਣੀ ਦੀ ਭਿਣਕ ਵੀ ਨਹੀਂ ਸੀ ਪੈਣੀ। ਜਸਵੀਰ ਕਰਮ ਕੋਲੋਂ ਆਇਆ ਸੀ।
ਉਹਨੇ ਮਾੜਾ ਮੋਟਾ ਸਮਾਨ ਭੇਜਿਆ ਸੀ ਉਹਦੇ ਕੋਲ। ਬੇਜੀ ਤੇ ਮੇਰੇ ਲਈ ਇੱਕ ਇੱਕ ਸੂਟ ਤੇ ਥੋੜ੍ਹਾ ਜਿਹਾ ਮੇਕਅਪ ਦਾ ਸਮਾਨ ਤੇ ਹੋਰ ਨਿੱਕ ਸ਼ੁੱਕ ਸੀ ਜੋ ਮੈਂ ਹੁਣ ਵਰਤਣਾ ਛੱਡ ਦਿੱਤਾ। ਬਣ ਸੰਵਰ ਕੇ ਕਿਹਦੇ ਲਈ ਬੈਠਣਾ ਹੋਇਆ। ਉਹ ਬੈਠਕ ਵਿੱਚ ਬੈਠੇ ਗੱਲਾਂ ਕਰ ਰਹੇ ਸੀ। ਮੇਰਾ ਜੀਅ ਕੀਤਾ ਮੈਂ ਵੀ ਜਾ ਬੈਠਾਂ ਤੇ ਜਸਵੀਰ ਨਾਲ ਕਰਮ ਬਾਰੇ ਗੱਲਾਂ ਕਰਾਂ, ਪਰ ਮੇਰਾ ਹੌਸਲਾ ਨਾ ਪਿਆ। ਅਰਹਰ ਦਾ ਬਾਲਣ ਮੀਂਹ ਨਾਲ ਗਿੱਲਾ ਹੋਇਆ ਪਿਆ ਸੀ। ਮੈਂ ਪਾਥੀਆਂ ਦੀ ਅੱਗ ਬਾਲ ਕੇ ਚਾਹ ਧਰ ਦਿੱਤੀ ਤੇ ਬੈਠਕ ਦੀ ਬਾਰੀ ਕੋਲ ਜਾ ਖਲੋਤੀ। ਬੇਜੀ ਦੀ ਤਰਲੇ ਭਰੀ ਆਵਾਜ਼ ਆ ਰਹੀ ਸੀ, ਵੇ ਪੁੱਤ ਮੇਰੇ ਤੇ ਇੱਕ ਅਹਿਸਾਨ ਕਰ ਦੇ, ਕਿਸੇ ਤਰ੍ਹਾਂ ਕਰਮੇ ਨੂੰ ਜਾਂਦੇ ਸਾਰ ਹੀ ਭੇਜ ਦੇਵੀਂ। ਮੇਰਾ ਹੁਣ ਬੁੱਢੀ ਜਾਣ ਦਾ ਕੋਈ ਭਰੋਸਾ ਨਹੀਂ, ਉਹਨੂੰ ਕਹੀਂ ਇੱਕ ਵਾਰ ਮਿਲ ਜਾਵੇ, ਨਹੀਂ ਤਾਂ ਮੇਰੀ ਰੂਹ ਭਟਕਦੀ ਫਿਰੂ। ਆਪਣੇ ਹੱਥੀਂ ਕਿਰਿਆ ਕਰ ਦੇਵੇ, ਨਹੀਂ ਤਾਂ ਮੇਰੀ ਗਤੀ ਨਹੀਂ ਹੋਣੀ। ਹੁਣ ਮਾੜਾ ਮੋਟਾ ਇਸ ਬੇਗਾਨੀ ਧੀ ਦਾ ਵੀ ਖਿਆਲ ਕਰਿਆ ਕਰੇ। ਬੇਜੀ ਮੈਂ ਤਾਂ ਉਹਨੂੰ ਬਥੇਰਾ ਸਮਝਾਉਣਾ ਬਈ ਪੰਜਾਬ ਗੇੜਾ ਮਾਰਿਆ, ਜੇ ਨਹੀਂ ਜਾਣਾ ਤਾਂ ਪੈਸੇ ਹੀ ਭੇਜਿਆ ਕਰ। ਬੇਜੀ ਸ਼ਾਇਦ ਤੁਹਾਨੂੰ ਪਤਾ ਨਹੀਂ, ਕਰਮ ਨੇ ਉੱਧਰ ਵਿਆਹ ਕਰਵਾਇਆ ਹੋਇਆ ਹੈ। ਉਹਦੀ ਸਾਰੀ ਕਮਾਈ ਸਾਂਭੀ ਜਾਂਦੀ ਆ। ਜਸਵੀਰ ਦੀ ਆਵਾਜ਼ ਮੱਧਮ ਜਿਹੀ ਹੋ ਗਈ। ਮੈਨੂੰ ਪਤਾ, ਸਭ ਪਤਾ, ਉਹਨੇ ਮੈਨੂੰ ਸਭ ਦੱਸਿਆ ਸੀ। ਉਹ ਤਾਂ ਵਿਆਹ ਕਰਾਉਣਾ ਮੰਨਦਾ ਨਹੀਂ ਸੀ। ਮੇਰੀ ਕਿਸਮਤ ਹੀ ਮਾੜੀ ਆ। ਸੋਚਦੀ ਸੀ ਪੋਤੇ ਦਾ ਮੂੰਹ ਦੇਖ ਕੇ ਮरूं। ਮੇਰੀ ਕਿਸਮਤ ਫੁੱਟ ਗਈ ਤੇ ਨਾਲੇ ਆ ਮਗਰ ਲੱਗਣ ਵਾਲੀ ਦੀ। ਮੈਥੋਂ ਉੱਥੇ ਹੋਰ ਖੜ ਨਾ ਹੋਇਆ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਇਸ ਕਾਲੀ ਰਾਤ ਤੋਂ ਗੂੜਾ ਸੰਘਣਾ ਹਨੇਰਾ। ਮੈਂ ਉੱਥੇ ਹੀ ਸਿਰ ਫੜ ਕੇ ਬੈਠ ਗਈ। ਫਿਰ ਪਤਾ ਨਹੀਂ ਕਿਵੇਂ ਤੇ ਕਿਹੜੇ ਵੇਲੇ ਅੰਦਰ ਆ ਪਈ ਸਾਂ। ਜਸਵੀਰ ਬੇਜੀ ਨਾਲ ਗੱਲਾਂ ਕਰਕੇ ਸ਼ਾਇਦ ਬਿਨਾਂ ਚਾਹ ਪੀਤਿਆਂ ਹੀ ਚਲਾ ਗਿਆ ਸੀ। ਇਹ ਉਦੋਂ ਤੋਂ ਹੀ 2-3 ਵਾਰ ਪੁੱਛ ਚੁੱਕੀ ਏ, ਧੀਏ ਤੇਰਾ ਕੁਛ ਦੁਖਦਾ? ਮੇਰਾ ਬੋਲਣ ਨੂੰ ਜੀਅ ਨਹੀਂ ਕਰਦਾ ਤੇ ਮੈਂ ਕੋਈ ਜਵਾਬ ਨਹੀਂ ਦਿੰਦੀ। ਇਹ ਮੇਰੇ ਮੱਥੇ ਤੇ ਹੱਥ ਰੱਖ ਕੇ ਤਾਪ ਵੀ ਦੇਖ ਗਈ ਏ। ਅੱਜ ਸ਼ਾਮ ਨੂੰ ਇਹਨੇ ਵੀ ਰੋਟੀ ਨਹੀਂ ਖਾਧੀ, ਚੁੱਲ੍ਹਾ ਹੀ ਨਹੀਂ ਬਲਿਆ, ਰੋਟੀ ਕਿੱਥੋਂ ਪੱਕਣੀ ਸੀ। ਮੈਂ ਉੱਠ ਕੇ ਕੰਸ ਤੋਂ ਸਿਰ ਦਰਦ ਦੀਆਂ 2 ਗੋਲੀਆਂ ਚੱਕੀਆਂ, ਬੀਜੀ ਦੇ ਸਿਰਹਾਣੇ ਰੱਖੇ ਪਾਣੀ ਦੇ ਜੱਗ ਵਿੱਚੋਂ ਚੂਲੀ ਰਾਹੀਂ ਘੁੱਟ ਭਰ ਕੇ ਅੰਦਰ ਲੰਘਾ ਲੈਂਦੀ ਹਾਂ। ਕੰਸ ਤੇ ਪਈ ਕਰਮ ਦੀ ਤਸਵੀਰ ਮੁਸਕਰਾ ਰਹੀ ਹੈ। ਇਹ ਗੁਨਾਹ ਇਸ ਘਰ 'ਚ ਇਸ ਤਸਵੀਰ ਤੋਂ ਬਿਨਾਂ ਕੋਈ ਹੋਰ ਨਹੀਂ ਕਰਦਾ। ਬਾਹਰ ਜ਼ੋਰਦਾਰ ਬਾਰਿਸ਼ ਹੋ ਰਹੀ ਏ, ਜਿਸ ਨਾਲ ਵਾਛੜ ਤੇ ਪਿੰਡਾ ਚੀਰਦੀ ਠੰਡੀ ਸੀਤ ਹਵਾ ਅੰਦਰ ਆ ਰਹੀ ਸੀ। ਬੈੱਡ ਤੇ ਪੈਣ ਤੋਂ ਪਹਿਲਾਂ ਖਿੜਕੀ ਬੰਦ ਕਰ ਦਿੰਦੀ ਹਾਂ। ਸੋਚਦੀ ਹਾਂ ਇਹ ਸਭ ਕੁਝ ਸੁਣ ਕੇ ਮੈਨੂੰ ਮੌਤ ਕਿਉਂ ਨਾ ਆ ਗਈ। ਮੇਰਾ ਦਿਲ ਧੜਕਣੋਂ ਕਿਉਂ ਨਾ ਰੁਕ ਗਿਆ। ਬਾਹਰ ਜ਼ੋਰ ਨਾਲ ਧੜੱਮ ਦੀ ਆਵਾਜ਼ ਆਈ ਏ। ਮੈਂ ਡਰ ਕੇ ਇੱਕਦਮ ਉੱਠ ਬੈਠਦੀ ਹਾਂ। ਬੇਜੀ ਬੰਦ ਦਰਵਾਜ਼ੇ ਵੱਲ ਵੇਖਦੀ ਡਰੀ ਜਿਹੀ ਬੋਲਦੀ ਏ, ਲੱਗਦਾ ਕੰਧ ਡਿੱਗ ਪਈ। ਡਿੱਗਣਾ ਹੀ ਹੋਇਆ। ਰੇਹੀ ਨੇ ਜਮਾਂ ਹੀ ਖਾਧੀ ਪਈ ਤੀ। ਫਿਰ ਮੀਂਹ ਦਾ ਇੰਨਾ ਤੂਫਾਨ। ਕੰਧ ਡਿੱਗਣ ਦਾ ਮੈਨੂੰ ਕੋਈ ਅਫਸੋਸ ਨਹੀਂ ਹੋਇਆ। ਪਤਾ ਨਹੀਂ ਅੰਦਰ ਨੂੰ ਡਿੱਗੀ ਹੋਊ ਜਾਂ ਬਾਹਰ ਨੂੰ। ਇਹ ਸੋਚਦੀ ਮੈਂ ਬੇਜੀ ਵੱਲ ਨੂੰ ਪਿੱਠ ਕਰਕੇ ਪੈ ਗਈ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।